ਰੰਧਾਵਾ ਦੇ ਬੇਟੇ ਦੀ ਲੜਾਈ ਦੇ ਉੱਤੇ ਵੜਿੰਗ ਬੋਲੇ ਨੇ ਕਿ ਜੇ 23 ਸਾਲ ਦਾ ਨੌਜਵਾਨ ਨਹੀਂ ਲੜੇਗਾ ਤਾਂ ਕੀ ਫਿਰ ਅਸੀਂ ਲੜਾਂਗੇ। ਉਹਦੇ ਵੀਰ ਨੇ ਕਿਹਾ ਪਰਵਾਹ ਨਾ ਕਰ, ਰੰਧਾਵਾ ਦੇ ਬੇਟੇ ਦਾ ਨਰਵੀਰ ਨਾਮ ਦੇ ਨੌਜਵਾਨ ਦੇ ਨਾਲ ਝਗੜਾ ਹੋਇਆ। ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ, ਅੱਗੇ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਰਾਜਾ ਵੜਿੰਗ ਦਾ। ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਵਾਕਈ ਹੀ ਉਦੈਵੀਰ ਸਿੰਘ ਰੰਧਾਵਾ ਜੇਕਰ ਝੜਪ ਹੋਈ ਹੈ ਜਾਂ ਉਦੈਵੀਰ ਸਿੰਘ ਰੰਧਾਵਾ ਦੇ ਉੱਤੇ ਕਿਸੇ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਫਿਰ ਪਿੱਠ ਥਾਪੜੀ ਜਾਣੀ ਚਾਹੀਦੀ ਹੈ। ਚੰਡੀਗੜ੍ਹ ਪੁਲਿਸ ਨੇ ਪਰਚਾ ਕੀਤਾ ਹੈ ਉਦੈਵੀਰ ਸਿੰਘ ਰੰਧਾਵਾ ਦੇ ਉੱਤੇ। ਚੰਡੀਗੜ੍ਹ ਪੁਲਿਸ ਨੇ ਹਾਲਾਂਕਿ ਨਰਵੀਰ ਸਿੰਘ ਨਾਮ ਦੇ ਸ਼ਖਸ ਦੇ ਉੱਤੇ ਵੀ ਪਰਚਾ ਕੀਤਾ, ਯਾਨੀ ਕ੍ਰਾਸ FIR ਉਸ ਪੂਰੇ ਮਾਮਲੇ ਦੇ ਵਿੱਚ ਹੋਈ ਹੈ। ਪਰ ਇਸ ਸਭ ਦੇ ਵਿਚਾਲੇ ਰਾਜਾ ਵੜਿੰਗ ਦੀ ਇਹ ਸਟੇਟਮੈਂਟ ਕਿ ਆਪਣੀ ਕਾਂਗਰਸ ਦੇ ਅੰਦਰ ਲੌਬੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ, ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾਵੇ ਕਿ ਵੱਖ-ਵੱਖ ਧੜੇ ਪੰਜਾਬ ਕਾਂਗਰਸ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਇੱਕ ਧੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਹੈ। ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਦੀ ਪਿੱਠ ਥਾਪੜਨਾ ਕਿ ਇਸ ਨੂੰ ਕਿਸੇ ਵੱਖਰੇ ਐਂਗਲ ਨਾਲ ਦੇਖੇ ਜਾਣ ਦੀ ਜ਼ਰੂਰਤ ਹੈ। ਖੈਰ ਕਿ ਦੇਖਣਾ ਹੋਵੇਗਾ ਕਿ ਰੰਧਾਵਾ ਕਿਵੇਂ ਰਿਐਕਟ ਕਰਦੇ ਨੇ ਜਾਂ ਬਾਕੀ ਕਾਂਗਰਸ ਜਿਹੜੇ ਆਗੂ ਨੇ ਉਹ ਕਿਵੇਂ ਰਿਐਕਟ ਕਰਦੇ ਨੇ। ਸਾਡੇ ਨਾਲ ਅਰਸ਼ਪ੍ਰੀਤ ਸਿੰਘ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ, ਪਰ ਉਸ ਤੋਂ ਪਹਿਲਾਂ ਬਿਆਨ ਸੁਣਵਾਉਂਦੇ ਹਾਂ ਰਾਜਾ ਵੜਿੰਗ ਨੇ ਕੀ ਕੁਝ ਕਿਹਾ। किथे मुंडा आ यार तेन शाबाश दे कोई कही जाता हूँ यार 23 साल का मुंडा ये लड़ूगा होर मैं लड़ूगा, परवाह ना कर। सच्ची गल तो कोई नहीं, माड़ा मोटा लड़न पई मुंडे 23 साल का। सो भाई तगड़े रहो कि आप इस तरह लड़ाई जारी रखनी है। कोई कही जाता हूँ यार 23 साल का मुंडा ये लड़ूगा होर मैं लड़ूगा, परवाह ना कर। ਤਾਂ ਰਾਜਾ ਵੜਿੰਗ ਦਾ ਤੁਸੀਂ ਇਹ ਬਿਆਨ ਸੁਣਿਆ। ਦਰਅਸਲ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਸੈਕਟਰ 17 ਦੇ ਉੱਥੇ ਪੂਰਾ ਘਟਨਾਕ੍ਰਮ ਵਾਪਰਿਆ ਸੀ ਜਦੋਂ ਉਦੈਵੀਰ ਦੇ ਉੱਤੇ ਇਲਜ਼ਾਮ ਇੱਕ ਨਰਵੀਰ ਨਾਮ ਦੇ ਸ਼ਖਸ ਨੇ ਲਗਾਏ ਔਰ ਕੁੱਟਮਾਰ ਦੇ। ਹਾਲਾਂਕਿ ਪੁਲਿਸ ਦੇ ਵੱਲੋਂ ਕ੍ਰਾਸ FIR ਕੀਤੀ ਗਈ ਹੈ, ਯਾਨੀ ਕਿ ਦੋਵੇਂ ਧਿਰਾਂ ਦੇ ਵੱਲੋਂ ਸ਼ਿਕਾਇਤ ਹੋਈ ਸੀ, ਉਦੈਵੀਰ ਸਿੰਘ ਦੇ ਵੱਲੋਂ ਵੀ ਤੇ ਦੂਜੇ ਪਾਸੇ ਨਰਵੀਰ ਦੇ ਵੱਲੋਂ ਵੀ। ਤਾਂ ਦੋਵਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਕ੍ਰਾਸ ਪਰਚਾ ਦਰਜ ਕਰ ਦਿੱਤਾ ਗਿਆ। ਰੁਕ ਕਰਦੇ ਹਾਂ, ਇਸ ਸਮੇਂ ਸਾਡੇ ਨਾਲ ਖੜਿਆਲ ਸਾਹਿਬ ਜੁੜ ਚੁੱਕੇ ਨੇ, ਮੁੱਖ ਬੁਲਾਰਾ ਨੇ ਕਾਂਗਰਸ ਦੇ, ਪੰਜਾਬ ਕਾਂਗਰਸ ਦੇ। ਖੜਿਆਲ ਸਾਹਿਬ ਸਵਾਗਤ ਹੈ। ਇਸ ਬਿਆਨ ਨੂੰ ਕਾਂਗਰਸ ਕਿਵੇਂ ਦੇਖ ਰਹੀ ਹੈ ਕਿ ਇਹ ਇੱਕ ਗਲਤ ਮੈਸੇਜ ਨਹੀਂ ਚਲਾ ਜਾਏਗਾ ਕਿ ਜੇਕਰ ਰੰਧਾਵਾ ਦੇ ਬੇਟੇ ਦਾ ਝਗੜਾ ਹੋਇਆ, ਹੁਣ ਕਸੂਰਵਾਰ ਉਸ ਦੇ ਵਿੱਚ ਕੌਣ ਆ ਪੁਲਿਸ ਜਾਂਚ ਕਰੇਗੀ, ਪਰ ਜੇਕਰ ਵੜਿੰਗ ਸਾਹਿਬ ਇਸ ਤਰੀਕੇ ਨਾਲ ਸਟੇਟਮੈਂਟ ਦਿੰਦੇ ਨੇ, ਤੁਹਾਨੂੰ ਲੱਗਦਾ ਕਿ ਵਰਕਰਾਂ ਦੇ ਵਿੱਚ ਆਮ ਲੋਕਾਂ 'ਚ ਇੱਕ ਗਲਤ ਮੈਸੇਜ ਜਾਂਦਾ ਇਸ ਬਿਆਨ ਦੇ ਨਾਲ? ਗੌਰਵ ਜੀ ਧੰਨਵਾਦ ਸਵਾਲ ਲਈ। ਪਹਿਲੀ ਗੱਲ ਤਾਂ ਗੌਰਵ ਜੀ, ਜੇ ਇਹ ਆਪਾਂ ਫੋਨੋਂ ਹੀ ਨਾ ਕਰਦੇ ਇਹ ਮੈਸੇਜ ਪਹਿਲੀ ਗੱਲ ਬਾਹਰ ਜਾਣਾ ਹੀ ਨਹੀਂ ਸੀ, ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਸੀ, ਨਾ ਇਹ ਗੱਲ ਜਿਹੜੀ ਹੈ ਉਹ ਡਿਸਕਸ ਹੋਣੀ ਸੀਗੀ। ਲੇਕਿਨ ਆਪਾਂ ਫੋਨੋਂ ਕਰ ਰਹੇ ਹਾਂ ਤੇ ਆਪਾਂ ਨੂੰ ਪਹਿਲਾਂ ਤਾਂ ਸਵਾਲ ਇਹ ਕਰਨਾ ਚਾਹੀਦਾ ਕਿ ਇਹ ਜ਼ਰੂਰੀ ਮੁੱਦਾ ਹੈ ਵੀ ਹੈ, ਕਿ ਇਹਨੂੰ ਹੀਡ ਕਰਨ ਦੀ ਲੋੜ ਹੈ, ਇਹਨੂੰ ਧਿਆਨ ਦੇਣ ਦੀ ਤੇ ਲੋੜ ਹੈ ਵੀ ਹੈ ਕਿ ਨਹੀਂ ਹੈ। ਦੇਖੋ, ਪਹਿਲੀ ਗੱਲ ਮੈਂ ਸਪਸ਼ਟ ਕਰਦਾ ਕਿ ਇੱਕ ਲਾਈਟਰ ਨੋਟ ਤੇ ਜੇ ਵੜਿੰਗ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਇਹ ਉਮਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡਾ ਮਸਲਾ। ਇਹਨੂੰ ਬਣਾਉਣ ਦੀ ਕੁਝ ਲੋਕ ਕੋਸ਼ਿਸ਼ ਜ਼ਰੂਰ ਕਰ ਰਹੇ ਆ, ਜਿਹੜੇ ਵੜਿੰਗ ਸਾਹਿਬ ਤੋਂ ਘਬਰਾਉਂਦੇ ਹੈ ਤੇ ਥੋੜਾ ਚੱਲਦੇ ਹੈ ਵੀ ਵੜਿੰਗ ਸਾਹਿਬ ਇੰਨੀ ਛੋਟੀ ਉਮਰ ਦੇ ਵਿੱਚ ਪ੍ਰਧਾਨ ਕਿਉਂ ਬਣ ਗਏ, ਇੰਨੀ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਚਲਾ ਕਿਉਂ ਰਹੇ ਹੈ, ਗ੍ਰਾਫ ਕਿਉਂ ਕਾਂਗਰਸ ਪਾਰਟੀ ਦਾ ਉੱਤੇ ਜਾ ਰਿਹਾ ਹੈ, ਸਟੇਟ ਲੈਵਲ ਤੇ ਵੀ, ਸੈਂਟਰ ਲੈਵਲ ਤੇ ਵੀ, ਕਰਨਾਟਕਾ ਹਿਮਾਚਲ 'ਚ ਵੀ, ਹੁਣ 2024 'ਚ ਵੀ। ਦੇਖੋ, ਗੱਲ ਇਹ ਹੈ ਗੌਰਵ ਜੀ, ਜੇ ਡਿਸਕਸ਼ਨ ਹੋਣੀ ਚਾਹੀਦੀ ਹੈ ਨਾ ਤਾਂ ਇਹ ਮੁੱਦੇ ਤੇ ਹੋਣੀ ਚਾਹੀਦੀ ਹੈ ਕਿ ਰੋਜ਼ਗਾਰ ਪੰਜਾਬ 'ਚ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਨਸ਼ਾ ਪੰਜਾਬ ਖਤਮ ਹੋ ਰਿਹਾ ਕਿ ਨਹੀਂ ਹੋ ਰਿਹਾ, ਮਹਿੰਗਾਈ ਪੰਜਾਬ 'ਚ ਹੈ ਕਿ, ਡੀਜ਼ਲ ਪੈਟਰੋਲ ਦੇ ਰੇਟ ਕੱਟਣੇ ਚਾਹੀਦੇ ਆ ਕਿ ਨਹੀਂ ਕੱਟਣੇ ਚਾਹੀਦੇ, ਮੈਡੀਕੇਅਰ ਵਧੀਆ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਇਹ ਜਿਹੀਆਂ ਚੀਜ਼ਾਂ ਤੇ ਡਿਸਕਸ਼ਨ ਡਿਬੇਟ ਹੋਣੀ ਚਾਹੀਦੀ ਹੈ, ਨਾ ਕਿ ਇਹ ਜੀ ਚੀਜ਼ ਤੇ ਇੱਕ ਲਾਈਟਰ ਨੋਟ ਤੇ ਵੜਿੰਗ ਸਾਹਿਬ ਨੇ ਕੀ ਕਿਹਾ ਉਹਨੂੰ ਫੋਕਸ ਕਰਨਾ, ਉਹਨੂੰ ਮੈਕਸਿਮਾਈਜ਼ ਕਰਕੇ ਦੇਖਣਾ, ਉਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਨਾ। ਕਹਿੰਦੇ ਜ਼ਰੂਰੀ ਖੜਿਆਲ ਸਾਹਿਬ, ਦੇਖੋ ਗੱਲ ਇਹ ਹੈ ਨਾ ਕਿ ਹਰ ਕਿਸ ਦਾ ਆਪਣਾ ਨਜ਼ਰੀਆ ਹੁੰਦਾ ਹਰ ਚੀਜ਼ ਨੂੰ ਦੇਖਣ ਦਾ। ਹੁਣ ਤੁਸੀਂ ਇਸ ਨੂੰ ਐਵੇਂ ਦੇਖ ਰਹੇ ਹੋ, ਸਾਨੂੰ ਇਹ ਲੱਗ ਰਿਹਾ ਜਾਂ ਐਡੀਟੋਰੀਅਲ ਟੀਮ ਨੂੰ ਇਹ ਲੱਗ ਰਿਹਾ ਹੈ ਕਿ ਜੇਕਰ ਪੰਜਾਬ ਕਾਂਗਰਸ ਦਾ ਪ੍ਰਧਾਨ ਸਟੇਜ ਤੋਂ ਜਿੱਥੇ ਉਹਨਾਂ ਦੇ ਵਰਕਰ ਸੁਣ ਰਹੇ ਨੇ ਜਾਂ ਫਿਰ ਉਹ ਪੂਰਾ ਰਿਕਾਰਡ ਹੋ ਰਿਹਾ ਜਾਂ ਸੋਸ਼ਲ ਮੀਡੀਆ ਤੇ ਜਾ ਰਿਹਾ ਹੈ ਤੇ ਬੋਲ ਰਿਹਾ, ਤੁਹਾਨੂੰ ਲਾਈਟਰ ਨੋਟ ਲੱਗ ਸਕਦਾ। ਹੁਣ ਤੁਹਾਡੇ ਵਿਰੋਧੀ ਉਸ ਦੇ ਉੱਤੇ ਕਿਵੇਂ ਰਿਐਕਟ ਕਰਦੇ ਨੇ ਉਹ ਦੇਖਣਾ ਹੋਏਗਾ। ਪਰ ਗੱਲ ਇਹ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਤੇ ਰੋਜ਼ਗਾਰ ਤੇ ਇਹਨਾਂ ਚੀਜ਼ਾਂ ਤੇ ਡਿਸਕਸ਼ਨ ਹੋਵੇ, ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ। ਪਰ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਕਿਸੇ ਨੂੰ ਕਹਿ ਰਿਹਾ ਕਿ ਪਰਵਾਹ ਨਾ ਕਰ, ਜੇ ਤੂੰ ਨਹੀਂ ਲੜੇਗਾ ਤਾਂ ਕੌਣ ਲੜੇਗਾ, ਇਹ ਇੱਕ ਤਰੀਕੇ ਨਾਲ ਜਦੋਂ ਕੋਈ ਪਬਲਿਕ ਫਿਗਰ ਵੱਡੀ ਹੁੰਦੀ ਹੈ ਨਾ, ਉਹ ਕੋਈ ਸਟੇਟਮੈਂਟ ਦਿੰਦੀ ਹੈ ਤਾਂ ਉਸ ਦੇ ਨਾਲ ਫਰਕ ਜ਼ਰੂਰ ਪੈਂਦਾ ਹੈ। ਤੁਸੀਂ ਮੇਰੇ ਨਾਲ ਰਹੋ, ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜੇ ਹੋਏ ਨੇ।
ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ। ਗਰੇਵਾਲ ਸਾਹਿਬ, ਵਾਕਈ ਮੁੱਦਾ ਹੈ ਕਿ ਨਹੀਂ ਹੈ? ਪੰਜਾਬ ਕਾਂਗਰਸ ਦੇ ਪ੍ਰਧਾਨ ਸਟੇਜ ਤੋਂ ਕਹਿ ਰਹੇ ਨੇ ਉਦयवीर ਸਿੰਘ ਰੰਧਾਵਾ ਨੂੰ ਕਿ ਇੱਧਰ ਆ ਬਈ, ਅੱਛਾ ਤੂੰ ਵੀ ਆਇਆ ਹੋਇਆ, 23 ਸਾਲ ਦਾ ਮੁੰਡਾ ਨਹੀਂ ਲੜੇਗਾ ਤਾਂ ਫਿਰ ਕੌਣ ਲੜੇਗਾ? ਸਰ ਦੇਖੋ, ਪਹਿਲੀ ਗੱਲ ਤਾਂ ਕਾਂਗਰਸ ਹੀ ਹੈ ਜਿੱਥੇ 55 ਸਾਲ ਦੇ ਵੀ ਬੱਚੇ ਹੀ ਰਹਿੰਦੇ ਆ ਜੀ। ਉਹ ਬਾਬਾ ਲੋਕ ਨੇ ਜੀ, ਬੱਚੇ ਤਾਂ ਰਹਿੰਦੇ ਹੀ ਆ, ਕੋਈ ਗੱਲ ਨਹੀਂ, ਚਲੋ। ਐਂਡ ਦੂਜੀ ਗੱਲ ਇੱਕ ਇਹ ਹੈ ਕਿ ਮਾਨਸਿਕਤਾ ਹੈ, ਇਹ ਮਾਨਸਿਕਤਾ ਹੈ ਕਿ ਕੋਈ ਗੱਲ ਨਹੀਂ ਪੁੱਤਰਾ, ਆਪਣਾ ਰਾਜ ਹੈ, ਆਮ ਲੋਕ ਤਾਂ ਛਿੱਤਰ ਖਾਣ ਲਈ ਬਣੇ ਆ, ਆਪਾਂ ਜੁੱਤੀਆਂ ਮਾਰੇ। ਐਂਡ ਇੱਕ ਅੰਗਰੇਜ਼ੀ ਦੀ ਕਹਾਵਤ ਹੁੰਦੀ ਹੈ, ਸ਼ੂਟ ਦਾ ਮੈਸੇਂਜਰ। ਹੁਣ ਕਸੂਰ ਤੁਹਾਡਾ ਹੋ ਗਿਆ, ਬੋਲੇ ਰਾਜਾ ਬਣੇਗੀ ਜੀ, ਗਲਤੀ ਤੁਹਾਡੀ ਹੋ ਗਈ, ਤੁਸੀਂ ਆ ਮੁੱਦਾ ਕੋਈ ਚੱਕਿਆ। ਹੁਣ ਗੱਲ ਇਹ ਹੈ ਗੌਰਵ ਜੀ, ਗੱਲ ਹੁੰਦੀ ਹੈ ਕਿ ਮਾਨਸਿਕਤਾ ਦੀ। ਮਾਨਸਿਕਤਾ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਸੋਚ ਨਾ ਜਾਂਦੇ ਹੋ ਕਿ ਭਾਈ ਅਸੀਂ ਰੂਲਿੰਗ ਅਲੀਟ ਆ, ਸਾਡੀ ਮਰਜ਼ੀ ਚੱਲਦੀ ਹੈ, ਜੇ ਸਾਡੇ ਬੱਚੇ ਕੁਝ ਕਰ ਵੀ ਲੈਂਦੇ ਆ ਤਾਂ ਕੋਈ ਵੱਡੀ ਗੱਲ ਨਹੀਂ। ਐਂਡ ਜੇ ਸਾਡੇ ਬੱਚੇ ਫੋਰਐਵਰ ਰਿਟਾਇਰਮੈਂਟ ਏਜ ਤੱਕ ਇਹੀ ਫੈਸਲਾ ਨਹੀਂ ਕਰ ਪਾਉਂਦੇ ਕਿ ਅਸੀਂ ਕਿਸ ਤਰ੍ਹਾਂ ਰਾਜਨੀਤੀ 'ਚ ਆਵਾਂਗੇ ਜਾਂ ਕਿਵੇਂ ਸੰਭਾਲਾਂਗੇ, ਤਾਂ ਅਸੀਂ ਸਾਰੇ ਉਹਨਾਂ ਦੀ ਮਦਦ ਕਰਨ ਲਈ ਖੜੇ ਰਹਾਂਗੇ। ਸੋ ਇੱਕ ਕਲਚਰ ਹੈ ਸਰ, ਇੱਕ ਕਲਚਰ ਹੈ, ਆਪਾਂ ਨੂੰ ਕਲਚਰ ਸਮਝਣਾ ਪਊਗਾ। ਐਂਡ ਉਸ ਕਲਚਰ ਦੇ ਸਮਝਦੇ ਹੋਏ ਜੇ ਰਾਜਾ ਵੜਿੰਗ ਜੀ ਦੀ ਸਟੇਟਮੈਂਟ ਦੇਖੀ ਜਾਏ ਤਾਂ ਕੋਈ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਬਿਕੋਜ਼ ਕਾਪੀਆ ਕਾਂਡ ਤੋਂ ਲੈ ਕੇ ਹੁਣ ਤੱਕ ਇਹੀ ਹੁੰਦਾ ਹੈ ਜੀ, ਇਹੀ ਹੁੰਦਾ ਹੈ। ਗਰੇਵਾਲ ਸਾਹਿਬ ਦੇਖੋ, ਇੱਕ ਐਂਗਲ ਇਹ ਹੈ, ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ, ਇੱਕ ਐਂਗਲ ਤਾਂ ਇਹ ਹੋ ਗਿਆ ਕਿ ਉਹ ਸਟੇਜ ਤੋਂ ਬੋਲ ਰਹੇ ਨੇ, ਦੂਜਾ ਜੋ ਖੜਿਆਲ ਸਾਹਿਬ ਨੇ ਜ਼ਿਕਰ ਕੀਤਾ ਉਹ ਵੀ ਆਧਾਰਤਾ ਉਹ ਵੀ ਹੈ ਨਾ। ਦੇਖੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਾਂ ਵੀ ਜਦੋਂ ਵਿਚਰਦੇ ਹਾਂ ਵੱਖ-ਵੱਖ ਥਾਵਾਂ ਤੇ, ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਹਿ ਦਿੱਤਾ ਜਾਂਦਾ ਹੈ ਜਾਂ ਲਾਈਟਰ ਨੋਟ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਜਾਂ ਕਹੀਏ ਕਿ ਇੱਕ ਤਰੀਕੇ ਨਾਲ ਆਫ ਦਾ ਰਿਕਾਰਡ ਹੁੰਦੀਆਂ ਨੇ, ਕਿ ਉਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਇਸ ਨੂੰ। ਦੇਖੋ ਉਸ ਦੇ ਵਿੱਚ ਵੀ ਪੁਆਇੰਟ ਤਾਂ ਹੈ ਨਾ, ਉਸ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਵੈਲਿਡ ਪੁਆਇੰਟ ਹੈ। ਬਿਲਕੁਲ ਵੈਲਿਡ ਪੁਆਇੰਟ ਹੈ। ਜੇ ਆਪਣੇ ਡਰਾਇੰਗ ਰੂਮ 'ਚ ਬਹਿ ਕੇ ਜਾਂ ਉਹਨਾਂ ਦੇ ਘਰੇ ਬਹਿ ਕੇ ਕਿਹਾ ਹੁੰਦਾ ਤਾਂ ਬਿਲਕੁਲ ਵੈਲਿਡ ਸੀ, ਪਰ ਜਦੋਂ ਸਟੇਜ ਤੋਂ ਖੜ ਕੇ ਇਹ ਮੈਸੇਜ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ਬੇਟਾ, ਕੋਈ ਚੱਕਰ ਹੀ ਨਹੀਂ, ਐਡੀ ਕਾਹਦੀ ਗੱਲ ਹੋ ਗਈ, ਫਿਰ ਪ੍ਰੋਬਲਮੈਟਿਕ ਹੈ। ਤੇ ਜਦੋਂ ਇੱਕ ਪਾਰਟੀ ਦੇ ਪ੍ਰਧਾਨ ਕਹਿੰਦੇ ਨੇ ਇਹ ਖੜ ਕੇ, ਫਿਰ ਹੋਰ ਪ੍ਰੋਬਲਮੈਟਿਕ ਹੈ। ਐਂਡ ਇਹ ਉਹੀ ਪ੍ਰੋਬਲਮੈਟਿਕ ਮਾਨਸਿਕਤਾ ਨੂੰ ਦਰਸਾਉਂਦਾ। ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ, ਪਰ ਇਹ ਕਿੱਥੋਂ ਕਰਨੀ ਹੈ, ਸੋਚ ਹੀ ਹੋਰ ਪਾਸੇ, ਸੋਚ ਹੀ ਹੋਰ ਪਾਸੇ। ਚਲੋ ਮੈਂ ਇੱਕ ਰਿਐਕਸ਼ਨ ਲੈ ਲਵਾਂ। ਖੜਿਆਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਇਨਫੈਕਟ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਜੀ ਵੀ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਮੈਂ ਕਲੇਰ ਸਾਹਿਬ ਦਾ ਰੁਖ ਕਰਾਂਗਾ। ਕਲੇਰ ਸਾਹਿਬ ਸਵਾਗਤ ਹੈ ਤੁਹਾਡਾ, ਪਰ ਉਸ ਤੋਂ ਪਹਿਲਾਂ ਖੜਿਆਲ ਸਾਹਿਬ ਤੁਹਾਡਾ ਰਿਐਕਸ਼ਨ ਜ਼ਰੂਰੀ ਹੈ। ਖੜਿਆਲ ਸਾਹਿਬ, ਖੜਿਆਲ ਜੀ ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ ਗੌਰਵ ਜੀ ਮੇਰੀ? ਜੀ ਪਲੀਜ਼ ਸਰ ਤੁਸੀਂ ਰਿਐਕਟ ਕਰ ਸਕਦੇ ਹੋ। ਦਰਅਸਲ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਇਹ ਸਟੇਜ ਤੋਂ ਦਿੱਤਾ ਗਿਆ ਬਿਆਨ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਪ੍ਰਵਾਹ ਨਾ ਕਰੋ, ਸਭ ਦੇਖ ਲਵਾਂਗੇ, ਕਿ ਇੱਕ ਮਾਨਸਿਕਤਾ ਨੂੰ ਦਰਸਾ ਰਿਹਾ। ਨਹੀਂ ਦੇਖੋ, ਬਿਆਨ ਮੈਂ ਪਹਿਲਾਂ ਜਿਹੜਾ ਫਰਸਟ ਸੈਗਮੈਂਟ ਦੇ ਵਿੱਚ ਤੁਹਾਨੂੰ ਦੱਸਿਆ ਗੌਰਵ ਜੀ, ਇੱਕ ਲਾਈਟਰ ਨੋਟ ਤੇ ਦਿੱਤਾ ਗਿਆ ਬਿਆਨ ਤੇ ਇੱਕ ਸੀਰੀਅਸ ਤੌਰ ਤੇ ਦਿੱਤਾ ਗਿਆ ਬਿਆਨ, ਇਹਦੇ ਵਿੱਚ ਅੰਤਰ ਹੁੰਦਾ, ਇਹਦੇ ਵਿੱਚ ਫਰਕ ਹੁੰਦਾ। ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਵੜਿੰਗ ਸਾਹਿਬ ਨੇ ਬੜੇ ਇੰਪੋਰਟੈਂਟ ਮਸਲਿਆਂ ਤੇ ਆਵਾਜ਼ ਬੁਲੰਦ ਕੀਤੀ ਹੈ, ਧਰਨੇ ਲਾਏ ਹੈ। ਮੁਆਵਜ਼ਾ ਮਿਲਣਾ ਚਾਹੀਦਾ ਲੋਕਾਂ ਨੂੰ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਫਸਲ ਖਰਾਬ ਹੋਈ, ਜਿਨ੍ਹਾਂ ਦੇ ਪਸ਼ੂ, ਜਿਨ੍ਹਾਂ ਦੇ ਘਰ ਉਜੜੇ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਦੋਂ ਨਹੀਂ ਫੋਨੋ ਦੇ ਵਿੱਚ ਪਾਰਟਿਸਿਪੇਟ ਕਰਦੀ, ਉਦੋਂ ਨਹੀਂ ਉਹਨਾਂ ਦੇ ਬਿਆਨ ਨੂੰ ਹਾਈਲਾਈਟ ਕੀਤਾ ਜਾਂਦਾ ਤੇ ਉਹਤੇ ਡਿਬੇਟ ਡਿਸਕਸ਼ਨ ਹੁੰਦੀ, ਉਹਤੇ ਫੋਨੋ ਹੁੰਦੇ, ਉਹਤੇ ਬਾਈਟਸ ਮਿਲਦੀਆਂ। ਲੇਕਿਨ ਇਸ ਇਸ਼ੂ ਤੇ ਫੋਨੋ ਵੀ ਹੋ ਰਿਹਾ ਤੇ ਅਬਾਬ ਸਿੰਘ ਗਰੇਵਾਲ ਸਾਹਿਬ ਇਹਦੇ ਬਿਆਨਾਤ ਵੀ ਜਾਰੀ ਕਰ ਰਹੇ। ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸਦਾ ਕਿ ਦੂਜੇ ਇਸ਼ੂਜ਼ ਨੂੰ ਵੀ ਥੋੜੀ ਜਿਹੀ ਤਰਜੀਹ ਦਿਆ ਕਰਨ, ਥੋੜਾ ਜਿਹਾ ਉਹਤੇ ਵੀ ਧਿਆਨ ਦਿਆ ਕਰਨ, ਡਿਬੇਟ 'ਚ ਆਇਆ ਕਰਨ, ਫੋਨੋ 'ਚ ਪਾਰਟਿਸਿਪੇਟ ਕਰਿਆ ਕਰਨ। ਦੂਜੀ ਗੱਲ, ਜੇ ਗੱਲ ਹੈਗੀ ਹੈ, ਹੁਣ ਗਰੇਵਾਲ ਸਾਹਿਬ ਨੇ ਇੱਕ ਬੜਾ ਵਧੀਆ ਲੈਕਚਰ ਦਿੱਤਾ, ਕਹਿੰਦੇ ਜੇ ਤਾਂ ਡਰਾਇੰਗ ਰੂਮ ਦੇ ਵਿੱਚ ਬਿਆਨ ਦਿੱਤਾ ਹੁੰਦਾ ਤਾਂ ਠੀਕ ਸੀ, ਲੇਕਿਨ ਬਾਹਰ ਹੀ ਜਾਂ ਬਿਆਨ ਦੇਣਾ ਇਹ ਗਲਤ ਹੈ। ਤਾਂ ਗਰੇਵਾਲ ਸਾਹਿਬ ਪਹਿਲਾਂ ਕਰੋ ਆਪਦੇ ਐਮਐਲਏ ਨੂੰ ਕੰਡੈਮ ਕਰੋ, ਆਪਦੇ ਐਮਐਲਏ ਦੀ ਨਿੰਦਾ, ਜਿਹੜੇ ਟ੍ਰੈਫਿਕ ਕੋਪ ਨੂੰ, ਪੁਲਿਸ ਵਾਲੇ ਨੂੰ ਬੜੇ ਗਲਤ ਤਰੀਕੇ ਨਾਲ ਬੋਲ ਰਹੇ ਸੀਗੇ, ਬੜੀ ਗਲਤ ਭਾਸ਼ਾ ਦਾ ਪ੍ਰਯੋਗ ਕਰ ਰਹੇ ਸੀਗੇ। ਕੀ ਤੁਹਾਡੀ ਪਾਰਟੀ ਨੇ ਉਹਨਾਂ ਖਿਲਾਫ ਐਕਸ਼ਨ ਲਿਆ? ਇੱਥੇ ਕਹਿਣਾ ਬੜਾ ਸੌਖਾ ਹੈ ਕਿ ਪਬਲਿਕ ਫਿਗਰ ਹੈ ਜੀ, ਬਾਹਰ ਕੀ ਬਿਆਨ ਦੇ ਰਹੇ ਹੈ ਜੀ, ਤਾਂ ਉਹਨਾਂ ਨੂੰ ਕੰਡੈਮ ਕਰੇ ਪਾਰਟੀ, ਮੈਂਬਰਸ਼ਿਪ ਚੋਂ ਕੱਢੇ ਵੀ ਤੁਸੀਂ ਉਹ ਆਫਿਸਰ ਨੂੰ ਗਾਲ ਕੱਢੀ। ਦੂਜੀ ਗੱਲ, ਇੱਕ ਇਹਨਾਂ ਦੇ ਮਿਨਿਸਟਰ ਨੇ ਵਾਈਸ ਚਾਂਸਲਰ ਨਾਲ, ਜੋ ਬੜੇ ਸੀਨੀਅਰ, ਬੜੇ ਰਿਨਾਊਂਡ ਸਰਜਨ ਹੈ, ਬੜੀ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ ਸੀਗਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਕੰਡੈਮ, ਇਹਦਾ ਸ਼ੀਲਡ ਕਰਦੇ ਹੈ ਜੀ। ਤੀਜਾ, ਗਵਰਨਰ ਸਾਹਿਬ ਨੂੰ ਜਿਹੜੀ ਪਾਰਟੀ ਇੱਕ ਅੱਛੀ ਅਦਬ ਨਾਲ, ਇੱਕ ਸਤਿਕਾਰ ਨਾਲ ਨਹੀਂ ਬੋਲ ਸਕਦੀ, ਤੂੰ ਤੜਾਕ ਕਰਕੇ ਬੋਲਦੇ ਹੈ, ਤੇ ਇੱਕ ਬੰਦਾ ਬੀਜੇਪੀ ਨੇ ਬਿਠਾ ਰੱਖਿਆ, ਐ ਕਹਿੰਦੇ ਹੈ ਦਫ਼ਤਰ ਰਾਜ ਭਵਨ ਦੇ ਬਾਹਰ ਬਹਿ ਕੇ ਚਲਾਵਾਂਗੇ, ਐ ਕਹਿੰਦੇ ਹੈ, ਤੇ ਲਵ ਲੈਟਰ ਸਾਨੂੰ ਭੇਜਦੇ ਹੈ। ਜਦੋਂ ਇਹ ਜਿਹੀਆਂ ਗੱਲਾਂ ਠੀਕ ਹੈ ਹੈਡ ਆਫ ਦਾ ਸਟੇਟ ਕਰਨ ਗੌਰਵ ਜੀ, ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਪੀੜੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ ਹੈ। ਉਹਦੇ ਕੰਪੈਰੀਜ਼ਨ ਦੇ ਵਿੱਚ ਇਹ ਬਿਆਨ ਪੀਨਟਸ ਵੀ ਨਹੀਂ ਹੈ, ਇਹ ਬਿਆਨ 1% ਵੀ ਨਹੀਂ ਹੈ।
ਸੋ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਚਲੋ ਖੜਿਆਲ ਪ੍ਰੈਕਟਿਸ ਵਾਟ ਦੇ ਪ੍ਰੀਚ। तो ਤੁਹਾਡਾ ਵੈਲਿਡ ਪੁਆਇੰਟ ਹੈ ਖੜਿਆਲ ਸਾਹਿਬ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਆਈ ਹੋਪ ਸੋ ਕਿ ਗਰੇਵਾਲ ਸਾਹਿਬ ਜ਼ਰੂਰ ਰਿਐਕਟ ਕਰਨਗੇ, ਪਰ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦਾ ਵੀ ਰੁਕ ਕਰ ਲਵਾਂ। ਸਾਡੇ ਨਾਲ ਕਲੇਰ ਸਾਹਿਬ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਅਨਿਲ ਸਰੀਨ ਜੀ ਜੁੜੇ ਹੋਏ ਨੇ ਬੀਜੇਪੀ ਤੋਂ। ਮੈਂ ਕਲੇਰ ਸਾਹਿਬ ਦਾ ਰੁਕ ਕਰਦਾ। ਕਲੇਰ ਜੀ, ਹੋਪਫੁਲੀ ਤੁਸੀਂ ਬਿਆਨ ਸੁਣਿਆ ਹੋਏਗਾ ਰਾਜਾ ਵੜਿੰਗ ਦਾ ਦਿੱਤਾ ਗਿਆ ਸਟੇਜ ਤੋਂ, ਅਕਾਲੀ ਦਲ ਦਾ ਫਸਟ ਰਿਐਕਸ਼ਨ ਇਸ ਦੇ। ਮੈਂ ਗੌਰਵ ਜੀ ਬੜੇ ਸਪਸ਼ਟ ਤੌਰ ਤੇ ਗੱਲ ਕਹਿਣਾ ਕਿ ਅਸਲ ਵੈਲ ਵਿਸ਼ਰ ਤੁਹਾਡਾ ਉਹੀ ਹੈ ਜਿਹੜਾ ਤੁਹਾਨੂੰ ਸਹੀ ਗੱਲ ਸਮਝਾਵੇ। ਮੈਂ ਰਾਜਾ ਵੜਿੰਗ ਨੂੰ ਸਵਾਲ ਕਰਦਾ ਕਿ ਅਗਰ ਰਾਜਾ ਵੜਿੰਗ ਸਾਹਿਬ ਦਾ ਬੇਟਾ ਐਸਾ ਕੰਮ ਕਰਕੇ ਆਇਆ ਹੁੰਦਾ ਕਿ ਰਾਜਾ ਵੜਿੰਗ ਉਹਨੂੰ ਵੀ ਇਸੇ ਤਰੀਕੇ ਥਾਪੀ ਦਿੰਦਾ ਵੀ ਬਹੁਤ ਚੰਗੀ ਗੱਲ ਹੈ, ਪੁੱਤ ਕਿਸੇ ਦਾ ਸਿਰ ਪਾੜ ਕੇ ਆਇਆ। ਦੇਖੋ, ਨੌਜਵਾਨ ਨੂੰ ਅਗਰ ਤੁਸੀਂ ਸਹੀ ਰਸਤਾ ਨਹੀਂ ਦਿਖਾਓਗੇ, ਅਗਰ ਨੌਜਵਾਨ ਸਹੀ ਰਸਤੇ ਤੋਂ ਭਟਕ ਗਿਆ ਤਾਂ ਫਿਰ ਜਿਹੜਾ ਨੁਕਸਾਨ ਹੈ ਉਹ ਪਰਿਵਾਰ ਦਾ ਤਾਂ ਹੁੰਦਾ ਹੀ ਹੁੰਦਾ, ਸੂਬੇ ਦਾ ਵੀ ਹੋਣਾ। ਸੋ ਰਾਜਾ ਵੜਿੰਗ ਸਾਹਿਬ ਇੱਕ ਜ਼ਿੰਮੇਵਾਰ ਪਾਰਟੀ ਦੇ ਜ਼ਿੰਮੇਵਾਰ ਪ੍ਰਧਾਨ ਨੇ, ਸਟੇਜ ਤੇ ਖੜੇ ਹੋ ਕੇ ਉਹਨਾਂ ਨੂੰ ਐਸੀ ਜਿਹੜੀ ਸ਼ਬਦਾਵਲੀ ਹੈ ਮੈਨੂੰ ਲੱਗਦਾ ਨਹੀਂ ਵਰਤਣੀ ਚਾਹੀਦੀ। ਸੋ ਜਿਸ ਤਰੀਕੇ ਦੇ ਨਾਲ ਪਿੱਠ ਥਪਥਪਾਈ ਗਈ ਹੈ ਤਾਂ ਫਿਰ ਕੀ ਸ਼ਾਬਾਸ਼ੀ ਦਈਏ ਵੀ ਸੁੱਖੀ ਰੰਧਾਵਾ ਸਾਹਿਬ ਦੇ ਬੇਟੇ ਨੇ ਆਪਣੇ ਪਿਤਾ ਜੀ ਦੀ ਪਾਵਰ ਦੇ ਬਲਬੂਤੇ ਇੱਕ ਨੌਜਵਾਨ ਦਾ ਸਿਰ ਪਾੜਤਾ। ਉਹ ਵੀ ਨੌਜਵਾਨ, ਉਹ ਵੀ ਕਿਸੇ ਦਾ ਬੱਚਾ ਹੈ। ਅਗਰ ਇਹ ਗੱਲ ਕਿਤੇ ਅੱਗੇ ਵੱਧ ਜਾਂਦੀ, ਸੱਟ ਵੱਧ ਲੱਗ ਜਾਂਦੀ, ਕਿਸੇ ਪਰਿਵਾਰ ਦਾ ਨੁਕਸਾਨ ਹੋ ਜਾਂਦਾ। ਅੱਗੇ ਅਸੀਂ ਪੰਜਾਬ 'ਚ ਦੇਖਿਆ ਹੀ ਹੈ, ਨੌਜਵਾਨ ਕਿਸ ਤਰੀਕੇ ਦੇ ਨਾਲ ਕਈ ਵਾਰ ਮਾੜੀ ਜੀ ਗੱਲ ਇਸ ਲੈਵਲ ਤੱਕ ਚਲੀ ਜਾਂਦੀ ਹੈ ਕਿ ਪਰਿਵਾਰ ਦਾ ਉਹ ਨੁਕਸਾਨ ਹੋ ਜਾਂਦਾ ਜਿਹੜਾ ਮੋੜਿਆ ਨਹੀਂ ਜਾ ਸਕਦਾ। ਸੋ ਇਹ ਜਿਹੜੇ ਬਿਆਨ ਨੇ, ਚਾਹੇ ਘਰ ਦੇ ਅੰਦਰ, ਚਾਹੇ ਘਰ ਦੇ ਬਾਹਰ, ਚਾਹੇ ਸਟੇਜ, ਦੇਖੋ ਇਹਦੇ ਦੋ ਪਹਿਲੂ ਨੇ। ਜੇ ਤਾਂ ਕੋਈ ਤੁਹਾਡਾ ਵਾਕਈ ਬਹੁਤ ਵੈਲ ਵਿਸ਼ਰ ਹੈ, ਅਗਰ ਰਾਜਾ ਵੜਿੰਗ ਸਾਹਿਬ ਵਾਕਈ ਸੁੱਖੀ ਰੰਧਾਵਾ ਸਾਹਿਬ ਦਾ ਚੰਗਾ ਸੋਚਦੇ ਨੇ ਤਾਂ ਮੈਨੂੰ ਲੱਗਦਾ ਐਸਾ ਉਹ ਬਿਆਨ ਨਾ ਦਿੰਦੇ। ਔਰ ਅਗਰ ਸਮਝਾਉਣਾ ਵੀ ਹੁੰਦਾ ਤਾਂ ਬੰਦ ਕਮਰੇ 'ਚ ਇਹ ਸਮਝਾਉਂਦੇ ਵੀ ਬੇਟਾ ਠੀਕ ਹੈ, ਕੋਈ ਗੱਲ ਨਹੀਂ, ਗਲਤੀ ਹੋ ਗਈ ਤੇਰੇ ਤੋਂ, ਪਰ ਇਹ ਗਲਤੀ ਦੁਬਾਰਾ ਨਾ ਕਰੋ। ਤੁਸੀਂ ਇਹ ਗਲਤੀਆਂ ਬਹੁਤ, ਇਹਨਾਂ ਦੇ ਜਿਹੜੇ ਖਮਿਆਜ਼ੇ ਨੇ ਉਹ ਦੂਰ ਤੱਕ ਭੁਗਤਣੇ ਪੈਂਦੇ ਨੇ। ਪਰ ਰਾਜਾ ਵੜਿੰਗ ਸਾਹਿਬ ਨੇ ਹੱਲਾਸ਼ੇਰੀ ਦਿੱਤੀ, ਉਹਨਾਂ ਦੇ ਭਾਦੀ ਤਾਂ ਇਹੋ ਜਿਹਾ ਕੰਮ ਰੋਜ਼ ਕਰਕੇ ਆਓ। ਸੋ ਇਹ ਦਰਸਾਉਂਦਾ ਕਿ ਰਾਜਾ ਵੜਿੰਗ ਸਾਹਿਬ ਜਾਂ ਤਾਂ ਸੁੱਖੀ ਰੰਧਾਵਾ ਸਾਹਿਬ ਲਈ ਚੰਗਾ ਨਹੀਂ ਸੋਚਦੇ, ਜਾਂ ਰਾਜਾ ਵੜਿੰਗ ਸਾਹਿਬ ਦੀ ਮਾਨਸਿਕਤਾ ਇੱਕ ਗਲਤ ਪਾਸੇ ਨੂੰ ਹੈ ਜਿਹੜੀ ਕਿ ਫਿਰ ਕਾਂਗਰਸ ਲਈ ਘਾਤਕ ਹੈ। ਇਹ ਦੋਨੋਂ ਚੀਜ਼ਾਂ ਦਾ ਜਵਾਬ ਮੈਨੂੰ ਲੱਗਦਾ ਵੀ ਅੱਜ ਕਾਂਗਰਸ ਬਿਹਤਰ ਤਰੀਕੇ ਦੇ ਨਾਲ ਦੇ ਸਕਦੀ ਹੈ। ਪਰ ਮੈਂ ਬਿਲਕੁਲ ਸਹਿਮਤ ਨਹੀਂ ਕਿ ਸਟੇਜ ਤੇ ਖੜੇ ਹੋ ਕੇ ਇਸ ਤਰੀਕੇ ਥੱਪਤ ਪਾਉਣਾ ਵੀ ਬਹੁਤ ਮੈਂ ਤੁਹਾਡੇ ਬਿਆਨ ਦੇ ਉੱਤੇ ਵੀ ਰਿਐਕਸ਼ਨ ਲਵਾਂਗਾ। ਮੈਂ ਇੱਕ ਵਾਰੀ ਰੁਕ ਕਰ ਲਵਾਂ ਸਰੀਨ ਸਾਹਿਬ ਦਾ। ਸਰੀਨ ਸਾਹਿਬ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਹਾਲਾਂਕਿ ਕਾਂਗਰਸ ਦੇ ਖੜਿਆਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਤਰਕ ਇਹ ਹੈ ਕਿ ਇੱਕ ਲਾਈਟਰ ਨੋਟ ਦੇ ਉੱਤੇ ਦਿੱਤਾ ਗਿਆ ਬਿਆਨ ਹੈ, ਇਸ ਨੂੰ ਤੂਲ ਦੇਣ ਦੀ ਜ਼ਰੂਰਤ ਨਹੀਂ ਹੈ, ਕਿ ਇਹ ਇੱਕ ਜਿਵੇਂ ਆਪਾਂ ਕਈ ਵਾਰੀ ਸਰਸਰੀ ਕੋਈ ਗੱਲ ਕਰਦੇ ਹਾਂ, ਆਪਸ ਦੇ ਵਿੱਚ ਗੱਲ ਕਰਦੇ ਹਾਂ, ਕੋਈ ਕਮੈਂਟ ਪਾਸ ਕਰ ਦਿੱਤਾ ਜਾਂਦਾ, ਕੋਈ ਬਿਆਨ ਦੇ ਦਿੱਤਾ ਜਾਂਦਾ, ਉਸ ਤਰੀਕੇ ਨਾਲ ਇਸ ਨੂੰ ਦੇਖਿਆ ਜਾਵੇ। ਗੌਰਵ ਜੀ, ਇੱਕ ਲਾਈਟਰ ਮੋਡ ਦੇ ਕਮੈਂਟ ਦੇ ਵਿੱਚ ਔਰ ਜੋ ਰਾਜਾ ਵੜਿੰਗ ਜੀ ਨੇ ਕਿਹਾ ਸੀ, ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਤੁਸੀਂ ਕੋਈ ਬੱਚਾ ਲੜ ਕੇ ਆਉਂਦਾ ਹੈਗਾ ਔਰ ਉਸਨੂੰ ਪਬਲਿਕ ਸਟੇਜ ਉੱਤੇ ਉਹਨੂੰ ਸ਼ਾਬਾਸ਼ੀ ਦਿੰਦੇ ਹੋ, ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਹੈ, ਤੁਸੀਂ ਜੇ ਉਹਨਾਂ ਦੀ ਵਰਡਿੰਗ ਪੂਰੀ ਸੁਣ ਲਓ ਤੇ ਸ਼ਾਬਾਸ਼ੀ ਦਿੱਤੀ ਹੈ। ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਵਾ ਰਾਜਾ ਵੜਿੰਗ ਜੀ ਬਾਰੇ ਤਾਂ ਕੀ ਕਹਿਣਾ, ਲੇਕਿਨ ਉਸ ਬੱਚੇ ਦੇ ਭਵਿੱਖ ਨੂੰ ਜ਼ਰੂਰ ਇਹ ਅੰਧਕਾਰ ਚ ਪਾ ਰਹੇ ਨੇ। ਮਤਲਬ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਮਤਲਬ ਹੱਲਾਸ਼ੇਰੀ ਤੁਹਾਨੂੰ ਲੱਗਦਾ ਕਿ ਨਹੀਂ ਦੇਣੀ ਚਾਹੀਦੀ? ਨਹੀਂ, ਰਾਜਾ ਵੜਿੰਗ ਜੀ ਕਾਂਗਰਸ ਪਾਰਟੀ ਦੇ ਸਟੇਟ ਦੇ ਪ੍ਰਧਾਨ ਨੇ, ਪੂਰਵ ਮੰਤਰੀ ਨੇ, ਉਹਨਾਂ ਦਾ ਇੱਕ ਆਪਣਾ ਸਟ੍ਰਕਚਰ ਹੈਗਾ ਔਰ ਜੋ ਬੋਲਣਗੇ ਪਾਰਟੀ ਪ੍ਰਧਾਨ ਬੋਲੂਗਾ ਉਹਦਾ ਅਸਰ ਪਾਰਟੀ ਦੇ ਕਾਰਜਕਰਤਾਵਾਂ ਤੱਕ ਜਾਂਦਾ ਹੈ, ਕਾਂਗਰਸ ਦੇ ਥਰਡੇ ਕਾਰਜਕਰਤਾ ਤੱਕ ਜਾਂਦਾ ਹੈਗਾ। ਤੇ ਆਪਾਂ ਕੀ ਦਿਖਾਣਾ ਚਾਹੁੰਦੇ ਹਾਂ ਕਿ ਸੜਕਾਂ ਤੇ ਲੜਨ ਆਪਣੇ ਨੌਜਵਾਨ? ਨਹੀਂ, ਖੜਿਆਲ ਸਾਹਿਬ ਇਹ ਵੀ ਕਹਿ ਰਹੇ ਨੇ, ਸਰੀਨ ਸਾਹਿਬ ਛੋਟਾ ਜਿਹਾ ਰਿਐਕਸ਼ਨ ਦੇ ਦਿਓ। ਮੈਂ ਖੜਿਆਲ ਸਾਹਿਬ ਦਾ ਰੁਕ ਕਰਦਾ। ਕਹਿੰਦੇ ਜਿਹੜੇ ਰਾਜਾ ਵੜਿੰਗ ਤੋਂ ਇਸ ਸਮੇਂ ਘਬਰਾਏ ਹੋਏ ਨੇ ਉਹ ਵਿਵਾਦ ਖੜਾ ਕਰ ਰਹੇ ਹਨ। ਨਹੀਂ ਦੇਖੋ, ਇਹ ਮੈਂ ਕਹਿੰਦਾ ਕਿ ਇਹ ਤੂੰ ਮੈਂ ਦੀ ਪੋਲਿਟਿਕਸ ਨਹੀਂ ਹੈਗੀ। ਮੈਂ ਈਵਨ ਇੰਨਾ ਸ਼ੋਰ ਕਹਿ ਸਕਦਾ, ਖੜਿਆਲ ਹੱਥ ਰੱਖ ਕੇ ਕਹਿ ਦੇਣ ਕਿ ਕਿਆ ਇਸ ਤਰ੍ਹਾਂ ਦੀ ਸ਼ਬਦਾਵਲੀ ਵੜਿੰਗ ਸਾਹਿਬ ਨੂੰ ਯੂਜ਼ ਕਰਨੀ ਚਾਹੀਦੀ ਸੀਗੀ? क्या ये रिस्पॉन्सिबल नहीं? ठीक है, चलो जवाब ले लो। ठीक है, ਤੁਹਾਡਾ ਪੁਆਇੰਟ ਆ ਗਿਆ ਸਰ। ਖੜਿਆਲ ਸਾਹਿਬ ਰਿਐਕਸ਼ਨ ਦੇ ਦਿਓ ਇੱਕ ਛੋਟਾ ਜਿਹਾ। ਮੈਂ ਅਹਿਬਾਬ ਗਰੇਵਾਲ ਜੀ ਇਨਫੈਕਟ ਵੇਟ ਕਰ ਰਹੇ ਨੇ ਉਸ ਟਾਈਮ ਦੇ, ਤੁਹਾਡੀ ਗੱਲ ਦਾ ਵੀ ਜਵਾਬ ਲੈਣਾ। ਖੜਿਆਲ ਜੀ। ਧੰਨਵਾਦ ਗੌਰਵ ਜੀ। ਗੌਰਵ ਜੀ, ਮੈਂ ਸਰੀਨ ਸਾਹਿਬ ਦਾ ਵੀ ਤੇ ਸ਼ੇਖ ਸਾਹਿਬ ਦਾ ਵੀ ਜਵਾਬ ਦਿੰਦਾ ਹੈ। ਪਹਿਲਾਂ ਤਾਂ ਵੜਿੰਗ ਸਾਹਿਬ ਨੇ ਗੱਲ ਕੀਤੀ ਹੈ ਕਿ ਇਹ ਉਮਰ ਦੇ ਵਿੱਚ ਇਨਸੀਡੈਂਟ ਹੋ ਜਾਂਦੇ ਆ, ਵਿਚ ਇਜ਼ ਆਈ ਥਿੰਕ ਨਾਟ ਟੂ ਬੀ ਬਲੋਨ ਆਊਟ ਆਫ ਪ੍ਰੋਪੋਰਸ਼ਨ। ਇਹਨੂੰ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਅਕਾਲੀ ਦਲ ਵੀ, ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ। ਇਸ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਗੌਰਵ ਜੀ ਕਿ ਤਿੰਨਾਂ ਨੂੰ ਇਹ ਹੈ ਕਿ ਕਿਸੇ ਨਾ ਕਿਸੇ ਹਿਸਾਬ ਨਾਲ ਵੜਿੰਗ ਸਾਹਿਬ ਤੇ ਤੰਜ ਕਰ ਸਕੀਏ, ਆਲੋਚਨਾ ਕਰ ਸਕੀਏ। ਇੰਨਾ ਰਾਈਜ਼ ਕਿਉਂ ਕਰ ਰਹੇ ਹੈ ਕਾਂਗਰਸ ਪਾਰਟੀ, ਇੰਨਾ ਵਧੀਆ ਕਿਉਂ ਕਰ ਰਹੀ ਹੈ ਉਹਨਾਂ ਦੀ ਪ੍ਰਧਾਨਗੀ ਹੇਠ, ਤਾਂ ਕਰਕੇ ਆ ਘਬਰਾਹਟ ਤੇ ਆ ਬੌਖਲਾਹਟ ਨਜ਼ਰ ਆ ਰਹੀ ਹੈ। ਹੁਣ ਮੈਨੂੰ ਬੜਾ ਅੱਛਾ ਲੱਗਿਆ ਕਲੀਰ ਸਾਹਿਬ ਨੇ ਸੁਝਾਅ ਦਿੱਤੇ।
ਕਲੇਰ ਸਾਹਿਬ ਸੁਖਬੀਰ ਬਾਦਲ ਸਾਹਿਬ ਨੂੰ ਵੀ ਸੁਝਾਅ ਦਿਓ। ਉਹ ਲਾਲ ਡਾਇਰੀ ਦੀਆਂ ਗੱਲਾਂ ਕਰਦੇ ਐ ਸਟੇਜਾਂ ਤੋਂ, ਕਹਿੰਦੇ ਆ ਮੈਂ ਆਹ ਕਰ ਦੂੰਗਾ, ਆਹ ਅਫਸਰ ਦਾ ਨਾਮ ਇੱਥੇ ਲਿਖ ਲਿਆ, ਇਹਦਾ ਆਹ ਹੋ ਜਾਊਗਾ। ਸੋ ਮੈਨੂੰ ਲੱਗਦਾ ਕਿ ਕਲੇਰ ਸਾਹਿਬ ਨੂੰ ਥੋੜਾ ਜਿਹਾ ਜਿਹੜਾ ਸਟੈਂਡ ਹੈਗਾ ਆਪਦੀ ਪਾਰਟੀ ਨੂੰ ਵੀ ਸਮਝਾ ਦੇਣਾ ਚਾਹੀਦਾ ਹੈ। ਬੜੀ ਅੱਛੀ ਗੱਲ ਕਰ ਰਹੇ ਆ ਇਹ, ਹੀ ਸ਼ੁਡ ਆਲਸੋ ਪ੍ਰੈਕਟਿਸ ਵਾਟ ਹੀ ਇਜ਼ ਪ੍ਰੀਚਿੰਗ। ਦੂਜੀ ਗੱਲ, ਇਹਨਾਂ ਨੇ ਨਾ ਜਿਹੜਾ ਆਰੋਪ ਲਾਇਆ, ਮੈਂ ਇਹਨਾਂ ਨੂੰ ਦੱਸਦਾ ਕਿ ਕ੍ਰਾਸ FIR ਹੋਈ ਹੈ, ਇੱਕ FIR ਨਹੀਂ ਹੈ, ਤੇ ਕਾਨੂੰਨ ਕਹਿੰਦਾ ਵਨ ਇਜ਼ ਟੂ ਬੀ ਪ੍ਰੀਜ਼ਿਊਮਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਉਦੇ ਵੀਰ ਦੀ ਜਿਹੜੀ ਇਹ ਗੱਲ ਕਰ ਰਹੀ ਸੀ। ਤੀਜੀ ਗੱਲ, ਹੁਣ ਮੈਂ ਭਾਜਪਾ ਤੇ ਆ ਜਾ। ਸਰੀਨ ਸਾਹਿਬ ਨੇ ਵੀ ਬੜੇ ਅੱਛੇ ਆਪਣਾ ਸੁਝਾਅ ਦਿੱਤੇ, ਬੜੀ ਅੱਛੀਆਂ ਗੱਲਾਂ ਕੀਤੀਆਂ। ਸਰੀਨ ਸਾਹਿਬ ਜ਼ਰਾ ਪਾਰਟੀ ਨੂੰ ਤਾਂ ਦੱਸੋ, ਤੁਹਾਡੇ ਮਿਨਿਸਟਰਸ ਕਹਿੰਦੇ ਆ ਦੇਸ਼ ਕੇ ਗੱਦਾਰੋਂ ਕੋ, ਅੱਗੇ ਮੈਂ ਬੋਲ ਨਹੀਂ ਸਕਦਾ ਕਿਉਂਕਿ ਟੀਵੀ ਤੇ ਹੈ ਮੈਂ, ਲੇਕਿਨ ਤੁਹਾਡੇ ਮਿਨਿਸਟਰ ਸ਼ਰੇਆਮ ਖੁੱਲ੍ਹੇਆਮ ਇਹ ਜੇ ਬਿਆਨਾਤ ਜਾਰੀ ਕਰਦੇ ਹੈ, ਉਹਦੇ ਰੈਪਰਕਸ਼ਨਸ ਕੀ ਹੈ, ਉਹਦੇ ਕੌਨਸੀਕੁਐਂਸ ਕੀ ਹੈ, ਉਹਦਾ ਆਊਟਕਮ ਕੀ ਹੈ, ਇਹ ਤੁਹਾਨੂੰ ਵੀ ਪਤਾ ਹੈ। ਕਦੇ ਆਪਦੀ ਪਾਰਟੀ ਨੂੰ ਸਮਝਾ ਦਿਓ, ਕਦੇ ਆਪਦੀ ਸੈਂਟਰ ਦੀ ਸਰਕਾਰ ਨੂੰ ਸਮਝਾ ਦਿਓ। ਫਿਰ ਇਹਨਾਂ ਦੇ ਲੀਡਰ ਸ਼ਬਦਾਂ ਦਾ ਪ੍ਰਯੋਗ ਕਰਦੇ ਆ ਫਾਰਮਰ ਪ੍ਰਾਈਮ ਮਿਨਿਸਟਰ ਲਈ ਰੇਨਕੋਟ ਪਹਿਨ ਕੇ ਨਹਾਣਾ ਕੈਸੇ ਹੈ, ਕਾਂਗਰਸ ਲੀਡਰਸ ਲਈ ਡਾਇਨ, ਸਦਾਮ, ਪੱਪੂ ਤੇ ਹੋਰ ਬਹੁਤ ਸਾਰੇ ਬਿਆਨਾਤ। ਗੌਰਵ ਜੀ ਠੀਕ ਹੈ, ਚਲੋ ਇਹ ਨਾ ਜਿਹੜੀ ਤਿੰਨੇ ਪਾਰਟੀ ਜਿਹੜੇ ਲੈਕਚਰ ਦੇ ਰਹੀਆਂ ਇਹਨਾਂ ਨੂੰ ਕੋਈ ਕਰੀ ਆਪਣੀ ਪੀੜੀ ਥੱਲੇ ਸੋਟਾ ਮਾਰ ਲਿਓ। ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਖੜਿਆਲ ਸਾਹਿਬ ਤੁਹਾਡੀ ਗੱਲ ਆ ਗਈ, ਮੈਂ ਹਬਾਬ ਗਰੇਵਾਲ ਜੀ ਦਾ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਲਵਾਂ। ਮੈਂ ਸਰੀਨ ਸਾਹਿਬ ਕੋਸ਼ਿਸ਼ ਕਰਾਂਗਾ ਤੁਹਾਡੇ ਕੋਲ ਵੀ ਆਵਾਂ। ਗਰੇਵਾਲ ਸਾਹਿਬ ਪਲੀਜ਼ ਬਹੁਤ ਛੋਟਾ ਰੱਖਿਓ ਜਵਾਬ, ਸਮਾਂ ਬਹੁਤ ਘੱਟ ਹੈ ਆਪਣੇ। ਛੋਟਾ ਜਿਹਾ ਰਿਐਕਸ਼ਨ ਹੈ ਜੀ ਕਿ ਜਦੋਂ ਮੁਲਾਇਮ ਸਿੰਘ ਜੀ ਨੇ ਨਿਰਭਇਆ ਵੇਲੇ ਕਿਹਾ ਸੀ ਨਾ ਬੱਚੇ ਹੈ ਗਲਤੀ ਹੋ ਜਾਂਦੀ ਹੈ, ਟੋਕਣਾ ਉਦੋਂ ਪੈਣਾ ਚਾਹੀਦਾ ਸੀ। ਜਦੋਂ ਸਟੇਜ ਤੇ ਬਿਲਕਿਸ ਦੇ ਰੇਪਿਸਟ ਨੂੰ ਹਾਰ ਪਵਾਏ ਸੀ, ਸਟੇਜ ਤੇ ਨਹੀਂ ਹੋਣਾ ਚਾਹੀਦਾ ਸੀ। ਮੁੱਖ ਦੀ ਗੱਲ ਹੈ ਕਿ ਕਾਕਿਆਂ ਦੀ ਕਿਕਲੀ ਹੈ ਜੀ। ਬਾਬ ਜੀ ਉਸ ਪੁਆਇੰਟ ਦੇ ਉੱਤੇ ਜਵਾਬ ਦੇ ਦਿਓ। ਕਹਿੰਦੇ ਤੁਹਾਡੇ ਲੀਡਰਸ ਵੀ ਕਈ ਵਾਰ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਦੀ ਵੀ ਸਟੇਟਮੈਂਟਸ ਆਉਂਦੀਆਂ ਨੇ ਨਾ ਇਸ ਤਰੀਕੇ ਨਾਲ। ਅਨਇਕੁਇਵੋਕਲੀ ਆਪਣੇ MLA ਦੇ ਬਿਹੇਵੀਅਰ ਨੂੰ ਕੰਡੈਮ ਕਰਦਾ, ਨੰਬਰ 1। ਨੰਬਰ 2, ਜੋ ਵੀ ਕੁਝ ਮੰਤਰੀ ਜੀ ਨੇ ਕੀਤਾ ਉਹ ਦਿਖਾਉਣ ਲਈ ਕੀਤਾ ਕਿ ਜੇ ਤੁਸੀਂ ਰਿਸਪੌਂਸਿਬਲ ਹੋ ਐਂਡ ਯੂ ਆਰ ਰਿਸਪੌਂਸਿਬਲ ਫॉर द ਪੀਪਲ, ਤੁਸੀਂ ਉਹਨਾਂ ਨੂੰ ਆ ਗੰਦੀ ਕੁਆਲਿਟੀ ਨਹੀਂ ਦੇ ਸਕਦੇ। MLA ਸਾਹਿਬ ਦੇ ਬਿਹੇਵੀਅਰ ਨੂੰ ਮੈਂ ਬਿਲਕੁਲ ਵੀ ਸਪੋਰਟ ਨਹੀਂ ਕਰਦਾ, ਮੈਂ ਕੰਡੈਮ ਕਰਦਾ। ਬਾਕੀ ਕਾਕਿਆਂ ਦੀ ਕਿਕਲੀ ਹੈ ਜੀ, ਕਾਕੇ ਨੇ ਕਿਕਲੀ ਠੀਕ ਹੈ। ਚਲੋ ਸਰੀਨ, ਮੇਰੇ ਕੋਲ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕੂੰਗਾ। ਸਰੀਨ ਸਾਹਿਬ ਬਹੁਤ ਛੋਟੀ ਜਿਹੀ ਸਟੇਟਮੈਂਟ। ਸਰੀਨ ਸਾਹਿਬ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਖਡਿਆਲ ਸਾਹਿਬ ਵਰਗਾ ਸਿਆਣਾ ਬੰਦਾ ਵੀ ਜਿਹੜਾ ਹੈਗਾ ਵਾ ਇਸ ਚੀਜ਼ ਨੂੰ ਐਂਡੋਰਸ ਕਰ ਰਿਹਾ, ਹੀ ਇਜ਼ ਐਡਵੋਕੇਟ ਜੀ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ, ਭੜਕਾਉਣ ਦੀ ਲੋੜ ਨਹੀਂ ਹੁੰਦੀ। ਸੋ ਇਸ ਕਰਕੇ ਜੋ ਕੁਝ ਵੀ ਰਾਜਾ ਵੜਿੰਗ ਜੀ ਨੇ ਕਿਹਾ ਹੈਗਾ ਬਹੁਤ ਅਫਸੋਸਜਨਕ ਹੈ ਔਰ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ। ਭੜਕਾਇਆ ਜਾ ਰਿਹਾ ਹੈ, ਉਹ ਤਾਂ ਇੱਕ ਨੌਜਵਾਨ ਨੂੰ ਕਹਿ ਰਹੇ ਹਨ। ਬਿਲਕੁਲ ਇਹ ਜਿਹੜਾ ਹੈਗਾ ਵਾ ਇੱਕ ਗਲਤ ਜਿਹੜਾ ਹੈਗਾ ਵਾ, ਇੱਕ ਨੌਜਵਾਨ ਜਿਹੜਾ ਲੜ ਕੇ ਆਇਆ ਹੋਵੇ ਉਹਨੂੰ ਕਹੇ ਸ਼ਾਬਾਸ਼ ਤੇਰੇ ਚੱਕਦੇ ਫੱਟੇ, ਤੇ ਫਿਰ ਇਹ ਤੇ ਚਿੰਤਾ ਦਾ ਵਿਸ਼ਾ ਹੈ ਨਾ ਪੰਜਾਬ ਵਾਸਤੇ ਕਿ ਕਾਂਗਰਸ ਕਿਹੜੇ ਪਾਸੇ ਜਾ ਰਹੀ ਹੈ। ਜੀ ਚਲੋ ਮੇਰੇ ਕੋਲ ਸਮਾਂ ਖਤਮ ਹੋ ਚੁੱਕਾ ਹੈ। ਨੌਜਵਾਨਾਂ ਨੂੰ ਇਸ ਪਾਸੇ ਤੱਕਣਾ ਚਾਹੁੰਦੀ ਹੈ ਕਿ ਸੜਕਾਂ ਤੇ ਲੜਨ। ਜੀ ਚਲੋ ਮੈਂ ਮਾਫੀ ਚਾਹੂੰਗਾ ਕਲੇਰ ਸਾਹਿਬ, ਪਹਿਲੇ ਕਮੈਂਟ ਦੇ ਲਈ ਨਹੀਂ ਆ ਪਾਉਂਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਕਲੇਰ ਸਾਹਿਬ ਤੁਹਾਡਾ ਵੀ, ਖੜਿਆਲ ਸਾਹਿਬ ਤੁਹਾਡਾ ਵੀ, ਸਰੀਨ ਸਾਹਿਬ ਔਰ ਹਬਾਬ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਜਦੋਂ ਕੋਈ ਵੱਡਾ ਆਗੂ ਬਿਆਨ ਦਿੰਦਾ ਤਾਂ ਉਸ ਦੇ ਉੱਤੇ ਗੱਲਬਾਤ ਕਰਨੀ ਵੀ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ ਕਿ ਵਾਕਈ ਸਿਰਫ ਇੱਥੇ ਤੱਕ ਸੀਮਿਤ ਰੱਖ ਦਿੱਤਾ ਜਾਵੇ ਰਾਜਾ ਵੜਿੰਗ ਦੀ ਸਟੇਟਮੈਂਟ ਨੂੰ ਕਿ ਰਾਜਾ ਵੜਿੰਗ ਨੇ ਜੋ ਬਿਆਨ ਦਿੱਤਾ ਹੈ ਇੱਕ ਮਜ਼ਾਕੀਆ ਲਹਿਜ਼ੇ ਦੇ ਵਿੱਚ ਦੇ ਦਿੱਤਾ ਕਿ ਸਿਰਫ ਇੱਥੋਂ ਤੱਕ ਗੱਲ ਸੀਮਿਤ ਹੈ, ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਸਟੇਜ ਤੋਂ ਦਿੱਤਾ ਹੈ। ਜੇ ਘਰ ਵਿੱਚ ਬੈਠ ਕੇ ਦਿੱਤਾ ਹੁੰਦਾ, ਉਸਦੀ ਕੋਈ ਵੀਡੀਓ ਨਾ ਹੁੰਦੀ ਤਾਂ ਗੱਲ ਵੱਖਰੀ ਸੀ। ਸਟੇਜ ਤੋਂ ਦਿੱਤਾ ਹੈ ਔਰ ਉੱਥੇ ਹੀ ਸੱਦਿਆ ਗਿਆ ਉਦੇਵੀਰ ਸਿੰਘ ਰੰਧਾਵਾ ਨੂੰ। ਇਸ ਕਰਕੇ ਵਿਰੋਧੀ ਸਵਾਲ ਜ਼ਰੂਰ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਬਿਆਨ ਤੁਹਾਨੂੰ ਜ਼ਰੂਰ ਸੁਣਾਉਣੇ ਇੱਕ ਵਾਰੀ ਰਾਜਾ ਵੜਿੰਗ ਕਹਿ ਕੀ ਰਹੇ। ਅੱਜ ਮੁੰਡਾ ਵੀ ਆਇਆ, ਮੈਂ ਵੀ ਕਿੱਥੇ ਆ ਮੁੰਡਾ, ਆ ਯਾਰ ਤੈਨੂੰ ਸ਼ਾਬਾਸ਼ ਦੇਵਾਂ। ਕੋਈ ਕਹੀ ਜਾਂਦਾ ਹੁਣ ਯਾਰ 23 ਸਾਲਾਂ ਦਾ ਮੁੰਡਾ ਇਹ ਨਾ ਲੜੂਗਾ, ਹੋਰ ਮੈਂ ਲੜੂਗਾ। ਪਰਵਾਹ ਨਾ ਕਰ, ਸੱਚੀ ਗੱਲ ਤੇ ਕੋਈ ਨਹੀਂ, ਮਾੜਾ ਮੋਟਾ ਲੜਨ ਪਈ ਮੁੰਡੇ 23 ਸਾਲ ਦਾ। ਸੋ ਬਈ ਤਕੜੇ ਰਹੋ ਤੇ ਆਪਾਂ ਇਸੇ ਤਰ੍ਹਾਂ ਲੜਾਈ ਜਾਰੀ ਰੱਖਣੀ ਹੈ। ਤਾਂ ਉਦੇਵੀਰ ਸਿੰਘ ਰੰਧਾਵਾ ਦੇ ਉੱਤੇ ਇੱਕ ਪਰਚਾ ਦਰਜ ਹੋਇਆ। ਹਾਲਾਂਕਿ ਉਹਨਾਂ ਨੇ ਸ਼ਿਕਾਇਤ ਕੀਤੀ ਸੀ, ਉਸ ਸ਼ਖਸ ਦੇ ਉੱਤੇ ਵੀ ਪਰਚਾ ਹੋ ਗਿਆ, ਯਾਨੀ ਕ੍ਰਾਸ FIR ਉਸ ਪੂਰੇ ਮਾਮਲੇ ਦੇ ਵਿੱਚ ਹੋਈ ਹੈ। ਪਰ ਜਦੋਂ ਲੜਾਈ ਕਰਨ ਦੇ ਮੁੱਦੇ ਦੇ ਉੱਤੇ ਪਿੱਠ ਥਾਪੜੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ।